ਹੁਣ ਤੁਸੀਂ ਨੋਟ ਕਰੋ ਕਿ ਜਿਹੜਾ ਉਹਨੇ ਕਿਹਾ ਸੀ ਕਿ ਮਸਲਾ ਹੋਂਦ ਦਾ ਹੈ, ਥੋੜ੍ਹੇ ਚਿਰ ਦੇ ਵਿੱਚ ਉਹ ਮਸਲਾ, ਉਹ ਜਿਹੜਾ ਗੱਲ ਹੈ ਕੌਮੀ ਹੋਂਦ ਦੀ ਗੱਲ, ਵੀ ਮਸਲਾ ਹੋਂਦ ਦਾ ਹੈ। ਮੈਂ ਕਈ ਵੀਡੀਓਜ਼ ਦੇਖੀਆਂ ਪਿੰਡਾਂ ਦੇ ਵਿੱਚ ਅਨਪੜ੍ਹ ਬੀਬੀਆਂ, ਕਿਉਂਕਿ ਕਿਸਾਨ ਅੰਦੋਲਨ 'ਚ ਸਟੇਜ 'ਤੇ ਬਹੁਤ ਜਨਤਾ ਚੜ੍ਹਨ ਲਾਤੀ ਸੀ। ਇਹ ਉਹਦੀ ਦੇਣ ਹੈ ਕਿਸਾਨ ਅੰਦੋਲਨ ਦੀ। ਜਿੱਥੇ ਅੱਗੇ ਐਂ ਸੀ ਵੀ ਇਹ ਤਾਂ ਬਹੁਤ ਸਿਆਣੇ ਤਜਰਬੇਕਾਰ ਬੰਦਿਆਂ ਦਾ ਕੰਮ ਹੈ, ਅਸੀਂ ਕੀ ਕਰਨਾ। ਉਹ ਸਵੈ ਵਿਸ਼ਵਾਸ ਲੋਕਾਂ 'ਚ ਆਇਆ ਤੇ ਬਿਲਕੁਲ ਸਧਾਰਨ ਬੀਬੀਆਂ, ਉਹਨਾਂ ਦੇ ਮੂੰਹਾਂ 'ਤੇ ਵੀ ਇਹ ਗੱਲ ਚੜ੍ਹ ਗਈ ਸੀ ਕਿ ਮਸਲਾ ਤਾਂ ਹੋਂਦ ਦਾ ਹੈ ਜੀ। ਈਵਨ ਜਿਹੜੀ ਉਹ ਸਟੇਜ ਸੀਗੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਤੋਂ ਵੀ ਇਹ ਗੱਲ ਮੱਲੋ ਮੱਲੀ ਹੋਣੀ ਸ਼ੁਰੂ ਹੋ ਗਈ। ਸੋ ਇੱਕ ਤਾਂ ਉਹਦੀ ਇਹ ਪ੍ਰਾਪਤੀ ਸੀ। ਦੂਜੀ, ਇੱਕ ਉਹਨੇ ਗੱਲ ਲਿਆਂਦੀ ਸੀ, ਜੇ ਤੁਹਾਡੇ ਯਾਦ ਹੋਵੇ, ਜਦੋਂ ਉਹਦੇ ਵਾਰੰਟ ਨਿਕਲੇ ਹੋਏ ਸੀ, ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ, ਸ਼ਿਕਾਰੀਆਂ ਨੂੰ ਪਿੱਛੇ ਪਈਆਂ ਹੋਈਆਂ ਸੀ ਸਾਰੀਆਂ ਤਾਕਤਾਂ। ਉਹਦਾ ਜ਼ਿੰਦਗੀ ਦਾ ਪਹਿਲਾ ਤਜਰਬਾ ਸੀ ਕਿ ਸਭ ਕੁਝ ਤੋਂ ਕਿ ਬਚਣਾ ਕਿਵੇਂ ਹੈ। ਲੁਕਣਾ ਹੈ, ਲੁਕਣ ਵਾਸਤੇ ਤੁਹਾਡੇ ਗੁਪਤ ਟਿਕਾਣੇ ਚਾਹੀਦੇ ਨੇ, ਆਸਰੇ, ਭਰੋਸੇਯੋਗ ਬੰਦੇ ਹੋਣ। ਹੁਣ ਤਾਂ ਆਪਦੇ ਆਪ ਨੂੰ ਇਸ ਤਰ੍ਹਾਂ ਤਾਂ ਕਦੇ ਨਾ ਸੋਚਿਆ ਸੀ, ਨਾ ਤਿਆਰ ਕੀਤਾ ਸੀ। ਅਚਾਨਕ ਸਿਰ ਤੇ ਪਈ ਗੱਲ। ਉਹ ਮੈਨੂੰ ਪਤਾ ਹੈ, ਮਤਲਬ ਉਹਨਾਂ ਦਿਨਾਂ 'ਚ ਉਹਨੂੰ ਕਿੰਨੀ ਕਿੰਨੀ ਸਮੱਸਿਆ ਆਈ, ਕਿੰਨੇ ਬੰਦਿਆਂ ਨੇ ਮੂੰਹ ਫੇਰੇ, ਉਹਨੂੰ ਆਸਰਾ ਦੇਣ ਤੋਂ ਜਵਾਬ ਦਿੱਤਾ। ਬਹੁਤ ਵੱਡਾ ਸੰਕਟ ਸੀ। ਉਹਦੇ ਸੰਕਟ ਦੀ ਘੜੀ 'ਚ ਜਿਹੜਾ ਉਹ ਬੈਠ ਕੇ ਬੋਲਿਆ, ਜਿੱਥੇ ਰੋਇਆ, ਜਿੱਥੇ ਸਿਰ ਤੇ ਟੋਪੀ ਜੀ ਸੀ ਉਹਦੇ, ਮੋਟਰ ਵਾਲੇ ਕਮਰੇ ਵਿੱਚ, ਜਿੱਥੇ ਬਹੁਤ ਉਹ ਦਰਦ 'ਚੋਂ ਬੋਲਿਆ, ਉਹਦੇ ਉਹਨੂੰ ਇੱਕ ਉਹਨੇ ਨਿਹੋਰਾ ਵੀ ਮਾਰਿਆ ਪੰਜਾਬ ਨੂੰ ਕਿ ਪੰਜਾਬੀਓ ਤੁਹਾਨੂੰ ਦੇਖ ਰਿਹਾ। ਵੀ ਤੁਸੀਂ ਕਿੰਨਾ ਕੁ ਮੁੱਲ ਪਾਇਆ। ਪਰ ਉਹ ਇੱਥੇ ਨਹੀਂ ਖੜਿਆ। ਇਹ ਨਿਹੋਰਾ ਨਹੀਂ ਅੱਜ ਯਾਦ ਕਿਸੇ ਨੂੰ। ਉਹਨੇ ਤੂੰ ਅਗਲੀ ਗੱਲ ਕਹੀ ਕਿ 150 ਸਾਲ ਦੀ ਗੁਲਾਮੀ ਨੇ ਤੁਹਾਡੀ ਮਾਨਸਿਕਤਾ ਨੂੰ ਗੁਲਾਮੀ ਦੇ ਸੰਗਲਾਂ 'ਚ ਜਕੜ ਲਿਆ। ਗੁਲਾਮੀ ਦੇ ਸੰਗਲ ਵੀ ਹੁਣ ਉਹ ਸੰਗਲ ਨਹੀਂ ਹੋਣਗੇ ਤੁਹਾਡੇ ਗਲਾਂ ਨੂੰ ਪਾ ਕੇ ਡੰਗਰਾਂ ਵਾਂਗੂ ਖੁਰਲੀਆਂ ਨਾਲ ਬੰਨ੍ਹ ਦੇਣਗੇ। ਉਹ ਤੁਹਾਡੀ ਸੋਚ ਨੂੰ ਸੰਗਲ ਪਾਉਂਦੇ ਨੇ ਤੇ ਸਾਡੀ ਸੋਚ ਨੂੰ ਸੰਗਲ ਪੈ ਗਏ ਨੇ। ਇਹਨੂੰ ਫਿਰ ਉਹਨੇ ਇੱਕ ਟੈਗ ਲਾਈਨ ਬਣਾਤਾ ਹੈ। ਹੁਣ ਤੁਸੀਂ ਦੇਖੋ, ਇਹ ਗੱਲ ਬਾਰ-ਬਾਰ ਇਹ ਗੱਲ ਦੁਹਰਾਈ ਜਾ ਰਹੀ ਹੈ ਯਾਰ। ਦੋ ਐਡੇ ਵੱਡੇ ਸੱਚ ਥੋੜੇ ਜਿਹੇ ਸਮੇਂ 'ਚ ਕੌਮ ਦੀ ਜ਼ੁਬਾਨ ਤੇ ਚਾੜ ਦੇਣੇ, ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਸੋ ਇਹ ਤਾਂ ਮੈਂ ਇੰਨੀ ਕੀ ਗੱਲ ਕਰਨੀ ਸੀ ਦੀਪ ਸਿੱਧੂ ਦੇ ਹਵਾਲੇ ਨਾਲ ਕਿ ਜਦੋਂ ਅਸੀਂ ਕੌਮੀ ਹੋਂਦ ਦੀ ਗੱਲ ਕਰਦੇ ਹਾਂ ਤਾਂ ਇਹ ਤੋਂ ਭਾਵ ਕੀ ਹੈ। ਇਹ ਤਾਂ ਹੁਣ ਚੜ੍ਹ ਗਿਆ ਸਾਰਿਆਂ ਦੇ ਜ਼ਬਾਨਾਂ ਤੇ ਕਿ ਮਸਲਾ ਸਾਡੀ ਕੌਮੀ ਹੋਂਦ ਨੂੰ ਬਚਾਉਣ ਦਾ ਹੈ। ਪਰ ਜੇ ਸਾਨੂੰ ਚੰਗੀ ਤਰ੍ਹਾਂ ਪੂਰੀ ਸਪਸ਼ਟਤਾ ਨਹੀਂ ਹੋ ਕੌਮੀ ਹੋਂਦ ਤੋਂ ਭਾਵ ਕੀ ਹੈ ਸਾਡਾ, ਅਸੀਂ ਉਹ ਹੋਂਦ ਬਚਾ ਨਹੀਂ ਸਕਾਂਗੇ। ਸੋ ਇਹ ਥੋੜਾ ਜਿਹਾ ਮਤਲਬ ਆਪਾਂ ਇਹਨੂੰ ਮੈਂ ਜਿੰਨਾ ਸੌਖਾ ਬਣਾ ਕੇ ਪੇਸ਼ ਕਰ ਸਕਦਾ ਹੋਇਆ ਮੈਂ ਕੋਸ਼ਿਸ਼ ਕਰੂੰਗਾ। ਇਹ ਤੋਂ ਭਾਵ ਕੀ ਹੈ। ਜਦੋਂ ਕੌਮ ਦੀ ਗੱਲ ਜਾਂ ਕੌਮੀ ਹੋਂਦ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚੋਂ ਬੁਨਿਆਦੀ ਸਵਾਲ ਇਹ ਹੈ ਕਿ ਉਹ ਕੌਮ ਜਿਹਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੀਆਂ ਤੁਸੀਂ ਬਚਾਉਣੀ ਹੈ, ਉਹਦੀਆਂ ਵਿਸ਼ੇਸ਼ਤਾਵਾਂ ਕੀ ਹੈ, ਉਹਦੀ ਵਿਸ਼ੇਸ਼ਤਾ ਕੀ ਹੈ ਜਿਹਨੂੰ ਤੁਸੀਂ ਬਚਾਉਣਾ ਹੈ। ਇਕੱਲੇ ਸਰੀਰ ਤਾਂ ਕੌਮ ਨਹੀਂ ਨਾ।
ਕੌਮ 'ਚ ਤਾਂ ਬਹੁਤ ਕੁਛ ਹੈ, ਇਕੱਲਾ ਜਗਰਾਫੀਆ ਕੌਮ ਨਹੀਂ, ਇਲਾਕੇ ਨਾਲ ਜੁੜੀ ਗੱਲ। ਸੋ ਇਹ ਆਪਾਂ ਸਭ ਤੋਂ ਪਹਿਲਾ ਨੁਕਤਾ, ਜੇ ਇਹਦੇ ਤੇ ਆਪਾਂ ਨੂੰ ਸਪਸ਼ਟਤਾ ਹੋ ਜੇ ਫਿਰ ਬਹੁਤ ਮਸਲਾ ਹੱਲ ਹੁੰਦਾ ਹੈ। ਹੁਣ ਇੱਥੇ ਜਿਹੜਾ ਪਹਿਲਾ ਹੀ ਸਵਾਲ ਹੈ, ਕੌਮ ਤੋਂ ਭਾਵ ਕੀ ਹੈ? ਸਾਡੇ ਪੁਰਾਤਨ ਸਾਹਿਤ 'ਚ ਕੌਮ ਸ਼ਬਦ ਸ਼ਾਮਲ ਹੈ, ਜ਼ਫਰਨਾਮੇ 'ਚ ਵੀ ਹੈ, ਜਿਹਦਾ ਮਤਲਬ ਇਹ ਤਾਂ ਜਦੋਂ ਦੇ ਖਾਲਸਾ ਪੰਥ ਪੈਦਾ ਹੋਇਆ, ਸਾਡਾ ਤਾਂ ਸ਼ਬਦ ਉਦੋਂ ਤੋਂ ਚੱਲਦਾ ਹੈ। ਪਰ ਪੱਛਮ ਦੇ ਵਿੱਚ ਇਹ ਸ਼ਬਦ, ਇਹ ਸੰਕਲਪ, ਇਹ ਧਾਰਨਾ ਇਤਿਹਾਸ ਦੇ ਇੱਕ ਖਾਸ ਪੜਾਅ ਤੇ ਜਾ ਕੇ ਆਈ। ਉਦੋਂ ਪਹਿਲਾਂ ਕਿਤੇ ਇਹ ਸ਼ਬਦ ਨਹੀਂ ਮਿਲਦਾ। ਉਹ 300-400 ਸਾਲ ਪਹਿਲਾਂ। ਸੋ ਉਹਨਾਂ ਨੇ ਇਹਨੂੰ ਪਰਿਭਾਸ਼ਿਤ ਵੀ ਕੀਤਾ, ਕੌਮ ਤੋਂ ਕੀ ਭਾਵ ਹੈ? ਕਿ ਜਿਹੜੀ ਕੌਮ ਹੈ ਉਹ ਇਤਿਹਾਸ ਦੇ ਇੱਕ ਲੰਮੇ ਸਿਲਸਿਲੇ ਚੋਂ ਹੌਲੀ 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 ਸਰੂਪ ਧਾਰਦੀ ਹੈ। ਪਹਿਲਾਂ ਕਬੀਲੇ ਹੁੰਦੇ ਸੀ, ਕੋਈ ਛੋਟਾ ਕੋਈ ਵੱਡਾ, ਉਹਨਾਂ 'ਚ ਵੀ ਜੰਗਾਂ ਹੁੰਦੀਆਂ ਸੀ, ਛੋਟੇ ਕਾਬੂ ਕਰ ਲਏ, ਵੱਡਿਆਂ 'ਚ ਰਲਾ ਲਏ। ਉਹ ਕਬੀਲਿਆਂ ਦਾ ਆਕਾਰ ਵੱਧ ਗਿਆ, ਉਹ ਕਬੀਲੇ ਹੀ ਮੁੜ ਕੇ ਕੌਮਾਂ ਦਾ ਰੂਪ ਧਾਰਨ ਕੀਤਾ, ਇੱਕ ਖਾਸ ਇਤਿਹਾਸ ਦੇ ਪੜਾਅ ਤੇ ਜਾ ਕੇ। ਨਿਚੋੜ ਇਹ ਹੈ ਕਿ ਉਹ ਕੌਮਾਂ ਜਿਹਨੂੰ ਪੱਛਮ ਵਾਲੇ ਕੌਮ ਕਹਿੰਦੇ ਨੇ ਅਬਦੀ, ਉਹ ਕੌਮਾਂ ਇੱਕ ਇਤਿਹਾਸ ਦੇ ਅਮਲ ਚੋਂ ਵਿਕਸਿਤ ਹੋਈਆਂ, ਜਿਹਨੂੰ ਅੰਗਰੇਜ਼ੀ 'ਚ ਸ਼ਬਦ ਵਰਤਦੇ ਆ ਹਿਸਟੋਰੀਕਲ ਐਵੋਲੂਸ਼ਨ। ਇਵੋਲਵ ਹੋਈਆਂ ਉਹ ਕੌਮਾਂ, ਇਤਿਹਾਸ ਚੋਂ ਹੋਈਆਂ। ਉਹ ਇਤਿਹਾਸ ਦੇ ਹਵਾਲੇ ਵਗੈਰਾ ਉਹਨਾਂ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ ਵੀ ਫਿਰ ਆਹ ਹਾਲਤਾਂ ਬਣੀਆਂ, ਫਿਰ ਆਹ ਹਾਲਤਾਂ ਬਣੀਆਂ, ਉਹਨਾਂ ਹਾਲਤਾਂ ਚੋਂ ਉਹ ਕੌਮਾਂ ਹੋਂਦ 'ਚ ਆਈਆਂ। ਜਿਹੜੀ ਸਿੱਖ ਕੌਮ ਹੈ, ਇਹ ਇਤਿਹਾਸ ਦੀ ਕਿਸੇ ਲੰਮੀ, ਅਨਿਸ਼ਚਿਤ, ਸਹਿਜ ਪ੍ਰਕਿਰਿਆ ਚੋਂ ਪੈਦਾ ਨਹੀਂ ਹੋਈ। ਇਹ ਉਹਨਾਂ ਵਾਂਗੂ ਪੈਦਾ ਨਹੀਂ ਹੋਈ। ਇਹਦੀ ਐਵੋਲੂਸ਼ਨ ਨਹੀਂ ਹੋਈ, ਇਹਦੀ ਉਤਪਤੀ ਨਹੀਂ ਹੋਈ, ਇਹਦੀ ਸਾਜਣਾ ਹੋਈ ਹੈ। ਇਹ ਤਾਂ ਸਿਰਜੀ ਗਈ ਹੈ, ਤੇ ਸਿਰਜੀ ਅਕਾਲ ਪੁਰਖ ਦੀ ਰਜ਼ਾ ਮੁਤਾਬਕ ਗਈ ਹੈ। ਇਹਦੇ ਸਿਰਜਣਹਾਰ ਦੂਜੀਆਂ ਕੌਮਾਂ ਵਰਗੇ ਨਹੀਂ। ਦੂਜੀਆਂ ਕੌਮਾਂ 'ਚ ਵਿਦਵਾਨ ਹੋਏ ਨੇ, ਫਿਲਾਸਫਰ ਹੋਏ ਨੇ, ਨਾਇਕ ਹੋਏ ਆ, ਸੂਰਮੇ ਹੋਏ ਆ, ਸਭ ਕੁਛ ਹੈ। ਕੌਮਾਂ ਦੇ ਪਿੱਛੇ ਬੜਾ ਕੁਛ ਖੜਾ, ਹਰ ਇੱਕ ਦਾ ਬੜੀਆਂ ਯਾਦਾਂ ਖੜੀਆਂ ਲੰਮੀਆਂ। ਉਹ ਇੱਕ ਲੰਮਾ ਅਮਲ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਜਿਹਦੇ ਵਿੱਚ ਉਹ ਕੌਮਾਂ ਦੇ ਸਰੂਪ ਉੱਭਰ ਕੇ ਸਾਹਮਣੇ ਆ ਗਏ। ਸਿੱਖ ਕੌਮ ਇਸ ਤਰ੍ਹਾਂ ਨਹੀਂ ਇਤਿਹਾਸ ਦੇ ਵਿੱਚੋਂ ਪੈਦਾ ਹੋਈ ਵੀ ਕੋਈ ਇਤਿਹਾਸ ਦੀਆਂ ਹਾਲਤਾਂ ਦੇ ਵਿੱਚੋਂ ਉਹ ਪੈਦਾ ਹੋਈ ਹੋਵੇ। ਇਹਦੇ ਸਿਰਜਣਹਾਰ ਨੇ, ਤੇ ਉਹ ਸਿਰਜਣਹਾਰ ਸਧਾਰਨ ਕੋਈ ਆਮ ਮਨੁੱਖ ਨਹੀਂ, ਕੋਈ ਨਾਇਕ ਨਹੀਂ, ਕੋਈ ਜਰਨੈਲ ਨਹੀਂ, ਕੋਈ ਵਿਦਵਾਨ ਨਹੀਂ, ਕੋਈ ਫਿਲਾਸਫਰ ਨਹੀਂ। ਉਹ ਰੱਬੀ ਜੋਤਾਂ ਨੂੰ ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋ ਕੇ 10ਵੀਂ ਪਾਤਸ਼ਾਹੀ ਤੱਕ ਉਹ ਰੱਬੀ ਜੋਤ 10 ਜਾਮਿਆਂ 'ਚ ਰਾਹੀਂ ਪ੍ਰਗਟ ਹੁੰਦੀ ਰਹੀ। 240 ਸਾਲ ਦੇ ਲਗਭਗ ਉਹ ਇੱਥੇ ਇੱਕ ਰੂਹਾਨੀ ਪ੍ਰਵਾਹ ਪੰਜਾਬ ਦੀ ਧਰਤੀ ਤੇ ਵਗਿਆ, ਜਿਹਦੇ ਵਿੱਚੋਂ ਸਿੱਖ ਕੌਮ ਦਾ ਸਰੂਪ ਉੱਭਰ ਕੇ ਸਾਹਮਣੇ ਆਇਆ। ਜਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਇਹ ਹੁਣ ਇਤਿਹਾਸ ਦੇ ਅਮਲ ਚੋਂ ਨਹੀਂ ਹੋਈ। ਇਹ ਸਿਰਜਣਹਾਰ ਨੇ ਕਿਸੇ ਮੌਕੇ ਤੇ ਆ ਕੇ
ਇਹ ਸਾਜਤੀ ਬਸ ਸ੍ਰਿਸ਼ਟੀ। ਸਿੱਖ ਕੌਮ ਉਸੇ ਤਰ੍ਹਾਂ ਹੀ ਸਿਰਜੀ ਗਈ ਹੈ, ਇਸ ਕਰਕੇ ਸ੍ਰਿਸ਼ਟੀ ਦਾ ਹੀ ਹਿੱਸਾ ਹੈ। ਇਹਨੂੰ ਸ੍ਰਿਸ਼ਟੀ ਨੂੰ ਪਾਸੇ ਕਰਕੇ ਨਹੀਂ ਦੇਖਿਆ ਜਾ ਸਕਦਾ। ਤਾਂ ਅਸੀਂ ਕਹਿੰਦੇ ਹਾਂ ਕੌਮਾਂ ਆਉਂਦੀਆਂ ਕੌਮਾਂ ਮਿਟ ਜਾਂਦੀਆਂ, ਪਰ ਸ੍ਰਿਸ਼ਟੀ ਕਦੇ ਮਿਟ ਜੂ, ਬ੍ਰਹਿਮੰਡ ਕਦੇ ਮਿਟ ਜੂਗਾ। ਸੋ ਸਿੱਖ ਕੌਮ ਤਾਂ ਉਹਦਾ ਹਿੱਸਾ ਹੈ, ਉਹ ਸ੍ਰਿਸ਼ਟੀ ਦਾ ਅਟੁੱਟ ਅੰਗ ਹੈ, ਉਹਦਾ ਇੱਕ ਜੁੱਜ ਹੈ। ਇਸ ਕਰਕੇ ਇਹ ਤਾਂ ਚਿੰਤਾ ਮਨਾਂ ਚੋਂ ਕੱਢ ਦਿਓ ਵੀ ਇਹਨੂੰ ਕੋਈ ਖਤਮ ਕਰ ਦੂ। ਖਤਮ ਕਰਨ ਵਾਲੇ ਬੜੇ ਆਏ ਤੇ ਬੜੇ ਆਉਂਦੇ ਰਹਿਣਗੇ, ਕਿਉਂਕਿ ਇਹ ਇਤਿਹਾਸ ਦੀ ਮੁਤਾਜ ਨਹੀਂ। ਇਹ ਰੱਬੀ ਜੋਤਾਂ ਨੇ ਪੈਦਾ ਕੀਤੀ, ਰੱਬ ਨੇ ਪੈਦਾ ਕੀਤੀ, ਅਕਾਲ ਪੁਰਖ ਦੀ ਰਜ਼ਾ ਚੋਂ ਨਿਕਲੀ ਹੋਈ ਚੀਜ਼ ਹੈ, ਇਹਨੂੰ ਕੋਈ ਖਤਮ ਨਹੀਂ। ਪਹਿਲੀ ਗੱਲ ਤਾਂ ਇਹ ਵਿਸ਼ਵਾਸ ਪੱਕਾ ਬਣਨਾ ਚਾਹੀਦਾ ਹੈ। ਪਰ ਇਹ ਵਿਸ਼ਵਾਸ ਨਾਲ ਅੱਖਾਂ ਵੀ ਬੰਦ ਨਹੀਂ ਕਰ ਸਕਦੇ ਖਤਰਿਆਂ ਤੋਂ, ਕਿਉਂਕਿ ਮਿਟਣ ਦੇ ਯਤਨ ਨੂੰ ਖਤਮ ਕਰਨ ਦੇ ਕਦੇ ਵੀ ਨਹੀਂ ਰੋਕੇ। ਪਹਿਲੇ ਦਿਨ ਤੋਂ ਹੀ ਜਿੱਦਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕਰਤਾ, ਟਕਰਾਅ ਦਾ ਆਧਾਰ ਸਿਰਜਿਆ ਗਿਆ। ਬਸ ਉਦੋਂ ਬਾਅਦ ਲਗਾਤਾਰ ਉਹ ਜਾਰੀ ਹੈ। ਸੋ ਇਹ ਨੁਕਤਾ ਕਿ ਸਿੱਖ ਕੌਮ ਦਾ ਬਾਕੀਆਂ ਨਾਲੋਂ ਫਰਕ ਕੀ ਹੈ, ਨਿਆਰਾਪਣ ਕੀ ਹੈ, ਜਿਹਨੂੰ ਅਸੀਂ ਨਿਆਰਾਪਣ ਕਹਿੰਦੇ ਹਾਂ। ਇਹ ਨਿਆਰੀ ਕੌਮ ਹੈ। ਇਹ ਇਹਨਾਂ ਅਰਥਾਂ 'ਚ ਇਹ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਰੱਬੀ ਜੋਤ ਨੇ 10 ਜਾਮਿਆਂ 'ਚ ਸੰਪੂਰਨ ਕੀਤੀ ਹੈ, ਤੇ ਫਿਰ ਇਹਦੀ ਅਗਵਾਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੇ 'ਚੋਂ ਸਾਰਾ ਪਾਤਸ਼ਾਹੀਆਂ ਵੀ ਸ਼ਾਮਲ ਨੇ, ਸਭ ਕੁਛ ਹੈ ਉਹਦੇ ਵਿੱਚ। ਤੇ ਉਹ ਸਦੀਵੀ ਹੈ, ਸਥਿਰ ਹੈ, ਅਹਿਲ ਹੈ। ਬੰਦੇ ਡੋਲ ਜਾਣਗੇ, ਬੰਦੇ ਡਿੱਗ ਪੈਣਗੇ, ਕਿਸੇ ਬੰਦੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ, ਪਰ ਇਹ ਅਹਿਲ ਹੈ। ਇਸ ਕਰਕੇ ਇਹ ਹਦਾਇਤ ਕਰ ਗਏ 10ਵੇਂ ਪਾਤਸ਼ਾਹ ਵੀ ਇਦੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ, ਜਿਹੜਾ ਜੁਗੋ ਜੁਗ ਅਟਲ ਹੋ। ਜਦੋਂ ਖਾਲਸੇ ਦੀ ਸੁਰਤ ਉੱਥੋਂ ਤੱਕ ਪਹੁੰਚੂਗੀ, ਉਦੋਂ ਖਾਲਸਾ ਅਜਿੱਤ ਹੋ। ਜਦੋਂ ਖਾਲਸੇ ਦੀ ਸੁਰਤ ਉਦੋਂ ਨੀਵੀਂ ਡਿੱਗੂ, ਉਦੋਂ ਉਹਦੇ ਤੇ ਸੰਕਟ ਵੀ ਆਉਣਗੇ ਤੇ ਹਾਰਾਂ ਵੀ ਹੋਣਗੇ। ਇਹ ਗੱਲ ਬੁਨਿਆਦੀ ਆਪਾਂ ਸਮਝ ਲਈਏ ਕਿ ਕੌਮੀ ਹੋਣ ਦਾ ਸਾਡੇ ਵਾਸਤੇ ਉਹਦਾ ਅਰਥ ਕੀ ਹੈ। ਸੋ ਹੁਣ ਇਸ ਤੋਂ ਅਗਲੀ ਗੱਲ ਇਹ ਹੈ, ਬਾਕੀ ਕੌਮਾਂ ਇਤਿਹਾਸ ਚੋਂ ਆਈਆਂ, ਇਹ ਮੈਂ ਪਹਿਲਾਂ ਗੱਲ ਸਾਫ਼ ਕਰਤੀ ਹੈ ਨਾ, ਇਹ ਸਿਰਜੀ ਗਈ ਹੈ। ਪਰ ਇੱਕ ਹੋਰ ਇਹਦੇ ਨਾਲ ਜੁੜਵੀਂ ਅਕੱਟ ਸਚਾਈ ਇਹ ਵੀ ਹੈ ਕਿ ਇਹ ਕੌਮ ਪ੍ਰਗਟ ਤਾਂ ਇਤਿਹਾਸ 'ਚ ਹੀ ਹੋਈ ਨਾ, ਸਰੀਰ ਤਾਂ ਇਤਿਹਾਸ 'ਚ ਹੀ ਧਾਰਿਆ, ਇਤਿਹਾਸ 'ਚ ਹੀ ਸਰਗਰਮ ਹੋਈ, ਵਿਚਰੀ। ਜਿਹੜੇ ਸਿਰਜਣਹਾਰ ਹੈ ਰੱਬੀ ਜੋਤਾਂ, ਪਰ ਮਨੁੱਖੀ ਜਾਮੇ 'ਚ ਆਏ ਨੇ। ਜੇ ਮਨੁੱਖੀ ਜਾਮੇ 'ਚ ਆਏ ਤਾਂ ਮਨੁੱਖ ਹੋਣ ਦੀਆਂ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਜੋਤ ਤਾਂ ਕਦੇ ਖਤਮ ਨਹੀਂ ਹੁੰਦੀ। ਸਰੀਰਾਂ ਨੇ ਇੱਕ ਨਿਸ਼ਚਿਤ ਮਿਆਦ ਤੋਂ ਬਾਅਦ ਬਾਕੀਆਂ ਦੀ ਤਰ੍ਹਾਂ ਇਸ ਸੰਸਾਰ ਤੋਂ ਤੁਰ ਜਾਣਾ, ਤੇ ਪਾਤਸ਼ਾਹੀਆਂ ਵੀ ਇਸ ਤਰ੍ਹਾਂ ਗਈਆਂ। ਸੋ ਉਹ ਇਤਿਹਾਸਕ ਵੀ ਨੇ ਇਹਨਾਂ ਅਰਥਾਂ ਦੇ ਵਿੱਚ, ਕਿਉਂਕਿ ਉਸ ਰੂਪ 'ਚ ਹੀ ਵਿਚਰੇ ਨਾ, ਇਤਿਹਾਸ ਦੇ ਵਿੱਚ ਹੀ ਵਿਚਰੇ ਨੇ। ਪਰ ਇੱਥੇ ਇੱਕ ਫਰਕ ਸਾਨੂੰ ਸਮਝਣਾ ਪਊਗਾ। ਜਿਹੜੇ ਬਾਕੀ ਕੌਮਾਂ ਦੇ ਨਿਰਮਾਤਾ ਕਹਿੰਦੇ ਨੇ, ਉਹਨਾਂ ਦੇ ਕੋਈ ਨਾਇਕ ਨੇ, ਉਹ
ਉਹ ਇਤਿਹਾਸਕ ਹਾਲਤਾਂ ਤੋਂ ਵੱਡੇ ਨਹੀਂ ਸੀ ਹੁੰਦੇ। ਉਹ ਇਤਿਹਾਸਕ ਹਾਲਤਾਂ ਨੂੰ ਸਮਝ ਲੈਂਦੇ ਸੀ, ਫਿਰ ਉਹਦੇ ਵਿੱਚੋਂ ਜੋ ਸੁਭਾਵਨਾਵਾਂ ਬਣਦੀਆਂ ਸੀ ਉਹ ਉਹਦੇ ਵਿੱਚੋਂ ਆਪਦੀ ਕੌਮ ਦਾ ਕੁਝ ਕਰ ਜਾਂਦੇ ਸੀ। ਉਹ ਇਤਿਹਾਸ ਦੇ ਮੁਤਾਜ ਰਹਿੰਦੇ ਸੀ। ਇਹੀ ਹੈ ਵੀ ਕਿਸੇ ਨੂੰ ਉਹ ਸਮਝ ਕਿੰਨੀ ਕੁ ਹੈ, ਇਤਿਹਾਸ ਦਾ ਬਹਿਣ ਕੀ ਹੈ, ਇਤਿਹਾਸ ਦਾ। ਇੱਥੇ ਵੱਖਰੀ ਗੱਲ ਹੋਈ ਹੈ, ਬਿਲਕੁਲ ਹੀ ਵੱਖਰੀ। ਗੁਰੂ ਸਾਹਿਬ ਇਤਿਹਾਸ 'ਚ ਹੀ ਵਿਚਰੇ ਹੈ, ਸਿੱਖ ਕੌਮ ਵੀ ਅੱਜ ਵੀ ਇਤਿਹਾਸ 'ਚ ਹੀ ਵਿਚਰ ਰਹੀ ਹੈ, ਇਤਿਹਾਸ ਦੇ ਵਿੱਚ ਹੀ ਵਿਚਰੀ ਹੈ, ਪਰ ਇਹ ਇਤਿਹਾਸ ਦੀ ਮੁਤਾਜ ਨਹੀਂ ਸੀ। ਜਾਂ ਇਹ ਕਹਿ ਲਓ ਕਿ ਜਦੋਂ ਪਾਤਸ਼ਾਹੀ ਆਏ, ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋ ਜਾਓ, ਉਹਨਾਂ ਤੇ ਕੋਈ ਇਤਿਹਾਸਕ ਬੰਦਸ਼ਾਂ ਨਹੀਂ ਸੀ ਵੀ ਇੰਨਾ ਕੀ ਤੁਹਾਨੂੰ ਮਿਲੂਗਾ, ਇਹਦੇ 'ਚ ਗੁੰਜਾਇਸ਼। ਅੱਜ ਦੀਆਂ ਇਤਿਹਾਸਕ ਹਾਲਤਾਂ ਇਹ ਨਹੀਂ। ਉੱਥੇ ਇਤਿਹਾਸ ਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਉਹਨਾਂ ਅੱਗੇ ਸਪੁਰਦ ਕਰ ਦਿੱਤਾ ਬਸ। ਫਿਰ ਉਹਨਾਂ ਨੇ ਆਪਦੇ ਮੁਤਾਬਕ ਉਹਦੇ ਨਕਸ਼ ਘੜੇ ਇਤਿਹਾਸ ਦੇ। ਇਤਿਹਾਸ ਨੇ ਉਹਨਾਂ ਨੂੰ ਪੈਦਾ ਨਹੀਂ ਕੀਤਾ, ਇਤਿਹਾਸ ਨੇ ਉਹਨਾਂ ਦੇ ਨਕਸ਼ ਨਹੀਂ ਘੜੇ, ਇਤਿਹਾਸ ਨੇ ਉਹਨਾਂ ਦੇ ਰੋਲ ਨਿਸ਼ਚਿਤ ਨਹੀਂ ਕੀਤੇ, ਉਹਨਾਂ ਨੇ ਇਤਿਹਾਸ ਦੇ ਨਕਸ਼ ਘੜੇ। ਜਿੱਥੇ ਇਹ ਹੈ ਕਿ ਅਸੀਂ ਆਕਾਸ਼ ਵੀ ਅਸੀਂ ਆਪਦਾ ਆਪ ਹੀ ਸਿਰਜ ਲਾਂਗੇ, ਜਿੱਥੇ ਕੋਈ ਸੀਮਾ ਨਹੀਂ। ਸੋ ਇਹ ਇੱਕ ਜਿਹੜਾ ਫਰਕ ਹੈਗਾ, ਜਿੱਥੇ ਮੈਂ ਨਿਆਰਾਪਣ ਕਹਿਣਾ ਨਾ, ਨਿਆਰਾਪਣ ਅਸੀਂ ਬਹੁਤ ਕਹਿੰਦੇ ਹਾਂ ਵੀ ਅਸੀਂ ਨਿਆਰੀ ਕੌਮ ਹੈ, ਉਹਦੀਆਂ ਸਾਰੀਆਂ ਪਰਤਾਂ, ਸਾਰੇ ਪੱਖਾਂ ਦਾ ਜੇ ਸਾਨੂੰ ਪਤਾ ਨਹੀਂ ਹੋ, ਕਿੰਨਾ ਅਰਥਾਂ 'ਚ ਅਸੀਂ ਨਿਆਰੇ ਹਾਂ, ਸਾਥੋਂ ਨਿਆਰਾਪਣ ਨਹੀਂ ਕਾਇਮ ਰਹਿਣਾ। ਰਾਜ ਭਾਵੇਂ ਆ ਜੇ, ਪਰ ਉਹ ਨਿਆਰਾਪਣ ਗਵਾ ਸਕਦਾ। ਸੋ ਇਹਨਾਂ ਅਰਥਾਂ ਦੇ ਵਿੱਚ ਸਿੱਖ ਕੌਮ ਨਿਆਰੀ ਹੈ ਕਿ ਸਿਰਜੀ ਰੱਬੀ ਜੋਤਾਂ ਨੇ ਹੈ, ਪਰ ਉਹ ਰੱਬੀ ਜੋਤਾਂ ਮਨੁੱਖੀ ਜਾਮੇ 'ਚ ਇਤਿਹਾਸਕ ਤੌਰ ਤੇ ਪ੍ਰਗਟ ਹੋਈਆਂ, ਇਤਿਹਾਸ ਦੇ ਪਾਤਰ ਬਣ ਕੇ ਵੀ ਆਏ, ਇਤਿਹਾਸ ਨੂੰ ਆਪਦੇ ਮੁਤਾਬਕ ਚਲਾਇਆ। ਸੋ ਇੱਕ ਰੂਪ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਉਹ ਇਤਿਹਾਸਕ ਵੀ ਨੇ, ਪਰ ਬਾਕੀ ਸਾਰਿਆਂ ਨਾਲੋਂ ਵੱਡਾ ਫਰਕ ਹੈ ਕਿ ਇਤਿਹਾਸ ਦੇ ਉਹ ਮੁਤਾਜ ਨਾ ਬਣੇ। ਹੁਣ ਇੱਥੇ ਇੱਕ ਕੁੰਡੀ ਹੈ ਬਹੁਤ ਵੱਡੀ ਸਮਝਣ ਵਾਲੀ ਕਿ ਇਹ ਕਿਉਂ ਹੋਣਾ ਪੈ ਗਿਆ, ਇਤਿਹਾਸ 'ਚ ਕਿਉਂ ਪ੍ਰਗਟ ਹੋਏ, ਕਿਉਂ ਰੂਪਮਾਨ ਹੋਏ, ਮਕਸਦ ਕੀ ਸੀ, ਮੰਤਵ ਕੀ ਸੀ। ਜੇ ਇਹ ਨਹੀਂ ਸਾਨੂੰ ਪਤਾ ਲੱਗੂ, ਇਹ ਗੱਲਾਂ ਤਾਂ ਬੜੀਆਂ ਚੰਗੀਆਂ ਲੱਗਦੀਆਂ, ਮਨ ਨੂੰ ਸਵਾਦ ਜਿਹਾ ਵੀ ਆਊ, ਹੁਲਾਰਾ ਵੀ ਆਊ, ਉਹਦੇ 'ਚ ਆਪਾਂ ਇੱਥੇ ਵਿਸਥਾਰ 'ਚ ਨਹੀਂ ਜਾ ਸਕਦੇ। ਵੱਡੀ ਮਤਲਬ ਉਹ ਸਮਾਂ ਬਹੁਤ ਚਾਹੀਦਾ। ਇੱਕੋ ਹੀ ਗੱਲ ਹੈ ਕਿ ਅਕਾਲ ਪੁਰਖ ਨੇ ਇੱਕ ਖਾਸ ਮਿਸ਼ਨ ਸੌਂਪਿਆ, ਇੱਥੇ ਧਰਤੀ ਤੇ ਜਾ ਕੇ ਕੰਮ ਕਰਨਾ ਹੈ, ਇਸੇ ਧਰਤੀ ਤੇ ਮਿਸ਼ਨ ਸੌਂਪਿਆ। ਉਹ ਮਿਸ਼ਨ ਪੂਰਾ ਕਰਨ ਵਾਸਤੇ ਇਸ ਤਰ੍ਹਾਂ ਹੀ ਵਿਚਰਨਾ ਜ਼ਰੂਰੀ ਸੀ ਇਤਿਹਾਸ ਦੇ ਵਿੱਚ। ਉਹ ਮਿਸ਼ਨ ਨੂੰ ਸਮਝੋ। ਜੇ ਸਾਨੂੰ ਉਹ ਮਿਸ਼ਨ ਦੀ ਸਮਝ ਨਾ ਆਈ ਦੂਜੀਆਂ ਕੌਮਾਂ ਨਾਲੋਂ ਵੀ ਸਾਡਾ ਮਿਸ਼ਨ ਵੱਖਰਾ ਕੀ ਸੀ, ਮੇਰਾ ਖਿਆਲ ਉਹ ਬਹੁਤਾ ਸਮਝਾਉਣ ਦੀ ਲੋੜ ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਮਿਸ਼ਨ ਕੋਈ ਇਕੱਲਾ ਜਿਵੇਂ ਬਾਕੀ ਕੌਮਾਂ ਦਾ ਹੁੰਦਾ ਵੀ ਰਾਜ ਮਾਨਣਾ ਤੇ ਲੈਣਾ, ਇੱਥੋਂ ਤੱਕ ਸੀਮਤ ਨਹੀਂ ਸੀ। ਮਿਸ਼ਨ ਬਹੁਤ ਵੱਡਾ ਸੀ, ਪਰ ਉਹਦੇ ਵਾਸਤੇ ਰਾਜ ਜ਼ਰੂਰੀ ਸੀ। ਰਾਜ ਵਾਸਤੇ ਨਹੀਂ ਸੀ, ਰਾਜ ਮੰਨਣ ਵਾਸਤੇ ਨਹੀਂ ਸੀ। ਉਹ ਇੱਕ ਵੱਡੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇੱਕ ਰਾਜ ਜ਼ਰੂਰੀ ਸੀ। ਉਹਦੇ ਨਾਲ ਬੜਾ ਫਰਕ ਪੈਂਦਾ, ਤੁਹਾਡੀ ਸਾਰੀ ਲੜਾਈ ਦਾ ਫਰਕ ਪੈਂਦਾ, ਕਿਹੋ ਜਿਹੀ ਲੜ ਰਹੇ ਹੋ ਤੇ ਉਹ ਰਾਜ ਕਿਹੋ ਜਿਹਾ ਸਿਰਜ ਰਹੇ ਹੋ।
ਸੋ ਉਹ ਫਿਰ ਇਤਿਹਾਸ ਦੇ ਵਿੱਚ ਸਰਗਰਮ ਹੋਈ ਕੌਮ, ਗੁਰੂ ਵੀ ਹੋਏ, ਇਤਿਹਾਸ ਦੇ ਵਿੱਚ ਉਤਰੇ, ਫਿਰ ਜਿਹਦੇ ਵਿੱਚੋਂ ਇੱਕ ਇਤਿਹਾਸ ਵੀ ਸਿਰਜਿਆ ਗਿਆ। ਪਹਿਲਾਂ ਕੌਮ ਸਿਰਜੀ ਗਈ, ਫਿਰ ਉਸ ਕੌਮ ਨੇ ਆਪਣਾ ਇੱਕ ਇਤਿਹਾਸ ਸਿਰਜਿਆ। ਜਿਵੇਂ ਕੌਮ ਦੇ ਸਿਰਜਣਹਾਰ ਨਿਆਰੇ ਸੀ, ਜਿਵੇਂ ਕੌਮ ਨਿਆਰੀ ਹੈ, ਜਿਵੇਂ ਕੌਮ ਦਾ ਮਿਸ਼ਨ ਨਿਆਰਾ ਹੈ, ਉਵੇਂ ਫਿਰ ਨੈਚੁਰਲੀ ਇਤਿਹਾਸ ਵੀ ਨਿਆਰਾ ਹੀ ਹੋਊ ਨਾ। ਉਹ ਦੂਜੀਆਂ ਕੌਮਾਂ ਵਰਗਾ ਇਤਿਹਾਸ ਕਿਵੇਂ ਹੋ ਜਾਊਗਾ? ਸੋ ਜਦੋਂ ਹੁਣ ਅਸੀਂ ਕੌਮੀ ਹੋਂਦ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਉਦੋਂ ਬਸ ਆਹੀ ਗੱਲ ਹੈ ਕਿ ਸਾਡੀ ਕੌਮ ਦੀ ਤੇ ਸਾਡੇ ਇਤਿਹਾਸ ਦਾ ਨਿਆਰਾਪਣ ਬਚਾ ਕੇ ਰੱਖਣਾ। ਜਿੰਨੇ ਹੁਣ ਤੱਕ ਯਤਨ ਹੋਏ ਨੇ ਤੇ ਹੋ ਰਹੇ ਨੇ, ਉਹ ਇਹੀ ਹੈ ਵੀ ਇਹ ਕੌਮ ਨੂੰ ਜੇ ਮਾਰਨਾ ਹੈ, ਸਰੀਰਾਂ ਦਾ ਖਾਤਮੇ ਨਾਲ ਕੌਮ ਅੱਜ ਨਹੀਂ ਮਰਦੀ। ਉਹ ਯੁੱਗ ਸੀ ਪੁਰਾਣਾ ਜਾਂਗਲੀ, ਵੀ ਕਬੀਲੇ ਦਾ ਸਫਾਇਆ ਕਰ ਦਿਓ ਬਸ ਗੱਲ ਖਤਮ। ਵੀ ਹੁਣ ਇਹਨਾਂ ਚੋਂ ਆ ਕੱਢੋ ਡੰਗ, ਜਿਹੜਾ ਨਿਆਰਾਪਣ ਕਹਿੰਦੇ ਨੇ, ਇਹਨਾਂ ਨੂੰ ਦੂਜਿਆਂ ਵਰਗਾ ਬਣਾ ਦਿਓ, ਫਿਰ ਖਤਮ ਹੈ। ਫਿਰ ਤੁਹਾਡਾ ਭਾਵੇਂ ਸਰੂਪ ਹੈ, ਤੁਸੀਂ ਅੰਮ੍ਰਿਤਧਾਰੀ ਹੋ, ਨਿਤਨੇਮ ਕਰਦੇ ਹੋ, ਸਭ ਕੁਛ ਹੈ, ਉਹ ਨਿਆਰਾਪਣ ਕੱਢਤਾ ਬਸ। ਉਹ ਫਿਰ ਇੰਨੇ ਸੂਖਮ ਢੰਗਾਂ ਨਾਲ ਕਰਦੇ ਨੇ। ਸੋ ਇਹ ਗੱਲ ਪੱਲੇ ਬੰਨਣੀ ਪਊ ਕਿ ਅਸੀਂ ਸਾਡੇ ਨਿਆਰੇਪਣ ਨੂੰ ਬਚਾਉਣਾ ਹੈ, ਸਿੱਖ ਧਰਮ ਦੀ ਮੌਲਿਕਤਾ ਨੂੰ ਤੇ ਨਿਆਰੇਪਣ ਨੂੰ ਬਚਾਉਣਾ ਹੈ। ਮੌਲਿਕਤਾ ਜਿਵੇਂ ਸਾਜਿਆ ਗਿਆ ਸੀ ਉਵੇਂ ਬਚਾਉਣਾ ਹੈ। ਜਿਵੇਂ ਉਹਨਾਂ ਨੇ ਵਿਗਾੜਤਾ ਇਹਨੂੰ, ਉਹਨੂੰ ਬਚਾ ਕੇ ਕੀ ਕਰ ਲਓਗੇ? ਮੌਲਿਕਤਾ ਉਹਦੀ ਜਿਵੇਂ ਸਾਜਿਆ ਗਿਆ ਸੀ, ਉਹ ਸਪਿਰਿਟ ਜੇ ਸਾਨੂੰ ਸਮਝ ਨਹੀਂ ਆਊ, ਅਸੀਂ ਨਹੀਂ ਬਚਾ ਸਕਾਂਗੇ। ਸੋ ਗੱਲ ਦਾ ਤੋੜਾ ਆਪਾਂ ਝਾੜੀਏ ਇੱਥੇ ਕਿ ਕੌਮੀ ਹੋਂ ਤਾਂ ਬਚੂ ਜੇ ਅਸੀਂ ਸਿੱਖ ਧਰਮ ਦਾ ਨਿਆਰਾਪਣ ਤੇ ਇਹਦੀ ਮੌਲਿਕਤਾ ਨੂੰ ਬਚਾ ਕੇ ਰੱਖਾਂਗੇ। ਫਿਰ ਤੁਹਾਨੂੰ ਸਾਰੇ ਢੰਗਾਂ ਦੀ ਸਮਝ ਹੋਣੀ ਚਾਹੀਦੀ ਹੈ, ਕਿਵੇਂ ਕਿਵੇਂ ਖਤਮ ਕਰਨ ਦੇ ਯਤਨ ਹੋ ਰਹੇ, ਕਿਉਂਕਿ ਇਹ ਨਿਆਰਾਪਣ ਕਬੂਲ ਨਹੀਂ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਫਿਰ ਸਾਡੀ ਹੋਂਦ ਨੂੰ ਖਤਰਾ ਹੈ। ਕਿਉਂਕਿ ਦੋਵੇਂ ਗੱਲਾਂ ਇਕੱਠੀਆਂ ਨਹੀਂ ਨਾ ਚੱਲਣਗੀਆਂ। ਇੱਥੇ ਜ਼ੋਰਾਵਰ ਵੀ ਹੋਣ, ਧਿੰਗਾਣੇ, ਧੱਕਾ ਧੋੜਾ, ਜ਼ੁਲਮ, ਬਹਿ, ਸਭ ਕੁਝ ਉਹ ਵੀ ਚੱਲੀ ਜਾਵੇ। ਤੇ ਉਹ ਗੁਰੂ ਸਾਹਿਬ ਦਾ ਤਾਂ ਇਹ ਸੀਗਾ, ਮਤਲਬ ਸਾਰਾ ਬ੍ਰਹਿਮੰਡ ਦੀ ਸੋਚ ਸੀਗੀ, ਸਰਬੱਤ ਦਾ ਭਲਾ। ਚੜਿਆ ਸੋਧਣ ਧਰਤ ਲਕਾਈ, ਇਹ ਜਿਹੜਾ ਸਾਰਾ ਸੰਘੇੜ ਲਿਆ ਹਿੰਦੁਸਤਾਨ ਦਾ ਜੀ, ਉਹਨਾਂ ਨੇ ਇਹ ਕੀਤਾ। ਉਹ ਤਾਂ ਦੇਸ਼ ਭਗਤ ਸੀ, ਦੇਸ਼ ਦਾ ਬੜਾ ਪ੍ਰੇਮ ਸੀ। ਤੇ ਫਿਰ ਤਿੱਬਤ ਤੇ ਮੱਕੇ 'ਚ ਜਾਣ ਦੀ ਕੀ ਲੋੜ ਸੀ ਵੈਗੀ ਸੀ? ਗੁਰੂਆਂ ਦਾ ਕੋਈ ਦੇਸ਼ ਨਹੀਂ ਹੋ ਸਕਦਾ, ਪੈਗੰਬਰ ਦਾ ਕੀ ਦੇਸ਼ ਹੋ ਸਕਦਾ? ਰੱਬੀ ਜੋਤ ਕਿਹੜੇ ਦੇਸ਼ ਦੇ ਵਿੱਚ ਸਮਾ ਸਕਦੀ ਹੈ? ਉਹ ਤਾਂ ਜੋ ਸਿਰਜਿਆ ਉਹ 'ਚ ਸ੍ਰਿਸ਼ਟੀ ਵੀ ਸ਼ਾਮਲ ਆ, ਇਕੱਲਾ ਬੰਦਾ ਸ਼ਾਮਲ ਨਹੀਂ, ਇਕੱਲਾ ਮਨੁੱਖ ਨਹੀਂ। ਉਹ 'ਚ ਜੀਵ ਜੰਤੂ, ਜਾਨਵਰ, ਸਭ ਕੁਛ ਤੋਂ ਲੈ ਕੇ ਬਨਸਪਤੀ ਤੱਕ, ਉਹ ਸਭ ਉਹਦੇ 'ਚ ਸ਼ਾਮਲ ਹੈ। ਉਹ ਸਾਰਾ ਕੁਛ ਆਪਣੀ ਰਚਨਾ ਨੂੰ ਬਚਾਉਣਾ ਉਹਨਾਂ ਨੇ, ਉਹਨੂੰ ਪਲੀਤ ਨਹੀਂ ਹੋਣ ਦੇਣਾ। ਤੇ ਹਮੇਸ਼ਾ ਹੀ ਇਤਿਹਾਸ ਦੇ ਜਿਹੜੇ ਮੌਕਿਆਂ ਤੇ ਤਾਕਤਾਂ ਆਉਣਗੀਆਂ ਜਿਹੜੀਆਂ ਆਪਦੇ ਮੁਨਾਫੇ ਦੀ ਹਿਰਸ ਚੋਂ, ਆਪਦੀਆਂ ਲਾਲਸਾਵਾਂ ਚੋਂ ਉਹਨੂੰ ਪਲੀਤ ਕਰਨ ਦਾ ਯਤਨ ਕਰਨਗੀਆਂ। ਤੇ ਉਹਦਾ ਸਿਰਾ ਜਾ ਕੇ ਇਹ ਹੋਊ ਵੀ ਡੰਗਰ ਤਾਂ ਗੁਲਾਮ ਬਣਾ ਲੇ, ਖੁਰਲੀਆਂ ਤੇ ਬੰਨ੍ਹ ਲੇ, ਪਿੰਜਰਿਆਂ 'ਚ ਵੀ ਕੈਦ ਕਰ ਲੇ, ਚਿੜੀਆ ਘਰ ਬਣਾਤੇ, ਨਾਲੇ ਉੱਥੋਂ ਕਮਾਈ ਕਰੋ, ਨਾਲੇ ਸ਼ੇਰ ਨੂੰ ਪਿੰਜਰੇ 'ਚ ਪਾ ਕੇ ਲੋਕਾਂ ਨੂੰ ਮਨ ਪਰਚਾਵਾ ਕਰੋ ਉਹਨਾਂ ਦਾ। ਉਹ ਤਾਂ ਕਰ ਲਿਆ ਉਹਨਾਂ ਨੇ, ਪਰ ਗੱਲ ਉੱਥੋਂ ਤੱਕ ਨਹੀਂ, ਬੰਦਿਆਂ ਨੂੰ ਵੀ ਐਂ ਕਰਨਾ।
ਬੰਦਿਆਂ ਨੂੰ ਉਸ ਤਰ੍ਹਾਂ ਫਿਰ ਪਿੰਜਰਿਆਂ 'ਚ ਉਹਨਾਂ ਦੇ ਚਿੜੀਆ ਘਰ ਨਹੀਂ ਬਣਾਉਣਗੇ ਜਿਵੇਂ ਦੀਪ ਸਿੱਧੂ ਨੇ ਕਿਹਾ। ਇੱਥੇ ਸੰਗਲ ਹੋਰ ਕਿਸਮ ਦੇ ਪਾਏ ਉਹਨਾਂ ਨੇ। ਪਰ ਦੀਪ ਸਿੱਧੂ ਨੇ ਤੁਸੀਂ ਦੇਖੋ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਵੀ ਉਹ ਸੰਗਲਾਂ ਤੋੜੋ ਪਹਿਲਾਂ ਆਪਦੇ। ਇਸ ਤੋਂ ਪਹਿਲਾਂ ਇਸ ਅੰਦਾਜ਼ 'ਚ ਹੋਰ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਸੀ। ਬਹੁਤ ਵੱਡੀਆਂ ਗੱਲਾਂ ਕਰਨ ਵਾਲੇ ਸੀਗੇ ਸਾਡੇ ਕੋਲੇ, ਬੜੇ ਲਾਇਕ ਵਿਦਵਾਨ ਵੀ ਆਗੂ ਵੀ, ਪਰ ਆਹ ਗੱਲ ਉਹਨਾਂ ਤੋਂ ਇਸ ਤਰ੍ਹਾਂ ਲੋਕਾਂ ਦੇ ਦਿਲਾਂ ਤੱਕ ਪਹੁੰਚਾ ਦੇਣੀ ਇਹ ਨਹੀਂ ਹੋਈ ਸੀ। ਸੋ ਕੌਮੀ ਹੋਂਦ ਨੂੰ ਬਚਾਉਣ ਦਾ ਮਤਲਬ ਆਹ ਹੈ ਜਿਹੜਾ ਮੈਂ ਪਿਛਲੇ ਕੁਝ ਮਿੰਟਾਂ ਦੇ ਵਿੱਚ ਚੰਦ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ।